फिर रल गए उतरे। उन्होंने परोस लिया भी तुसी सिख ना बनो, हिंदू रहो। ਧੱਦੇ ਧਾਵਤ ਵਰਜ ਰਖ ਮੂੜੇ ਅੰਤਰ ਤੇਰੇ ਨਿਧਾਨ ਪਿਆ ਗੁਰਮੁਖੀ ਹੋਵੇ ਤਾਂ ਹਰ ਰਸ ਪੀਵੇਂ ਜੁਗਾ ਜਗੰਤਰ ਖਾਹੇ ਪਿਆ। ਧੱਦਾ ਧਾਵਤ, ਧਾਵਤ ਮਨ ਜਿਹੜਾ ਹੈਗਾ ਰੁਕਦਾ ਨਹੀਂ। ਸਾਰੇ ਬੰਦੇ ਨੇ ਮਨ ਨਹੀਂ ਰੁਕਦਾ, ਰੋਕਣਾ ਮਨ ਨੂੰ ਹੀ ਹੈ। ਪਾਠ ਪੜ੍ਹਦੇ ਹਾਂ ਮਨ ਨਹੀਂ ਰੁਕਦਾ, ਕੋਈ ਸਮਾਧੀ ਲਾਉਂਦਾ ਉਹਦਾ ਮਨ ਨਹੀਂ ਰੁਕਦਾ, ਕੋਈ ਭਗਤੀ ਕਰਨ ਬਹਿੰਦਾ ਬਾਲਾ ਫੇਰਨ ਬਹਿੰਦਾ ਮਨ ਨਹੀਂ ਰੁਕਦਾ। ਮਨ ਰੋਕਣ ਵਾਸਤੇ ਹੀ ਸਾਰਾ ਧਰਮ ਹੈ। ਮਨ ਰੁਕਦਾ ਨਹੀਂ, ਮਨ ਨਹੀਂ ਰੁਕਦਾ ਜਿੰਨਾ ਚਿਰ ਦਿਮਾਗ ਨਾਲ ਸਪਰਸ਼ ਕਰਦਾ ਹੈ। ਰੁਕੇ ਨਹੀਂ ਸਕਦਾ ਜੇ ਦਿਮਾਗ ਨਾਲ ਸਪਰਸ਼ ਕਰੂਗਾ। ਰੁਕਦਾ ਕਦ ਹੈ? ਜੇ ਮਨ ਕੰਠ ਤੋਂ ਉੱਪਰ ਆਵੇ ਹੀ ਨਾ ਸੁਰਤ, ਫਿਰ ਰੁਕਦੀ ਹੈ। ਜਿਹਨੇ ਰੋਕੀ ਹੈ ਉਹਨੇ ਦੱਸੀ ਹੈ। ਕੰਠ ਨੂੰ ਮੂਲ ਦੁਆਰਾ ਕਹਿੰਦੇ ਨੇ। ਕਬੀਰ ਨੇ ਕੰਠ ਨੂੰ ਮੂਲ ਦੁਆਰਾ ਕਿਹਾ। ਕੰਠ ਹੈ ਨਾ ਜਿਹੜਾ, ਆਹ ਇੱਥੇ ਇੱਕ ਚੱਕਰ ਜੋਗੀ ਵੀ ਬੰਦੇ ਨੇ, ਇਹਨੂੰ ਮੂਲ ਦੁਆਰਾ ਕਿਹਾ। ਇੱਥੋਂ ਸੁਰਤ ਥੱਲੇ ਚਲੀ ਗਈ, ਸੰਸਾਰ ਨੂੰ ਸਾਡਾ ਕਨੈਕਸ਼ਨ ਟੁੱਟ ਜਾਂਦਾ, ਸੌ ਜਾਂਦੇ ਆ। ਇੱਥੋਂ ਉੱਤੇ ਆ ਗਈ ਫਿਰ ਕਿਤੇ ਨਹੀਂ ਖੜਦੀ, ਦਿਮਾਗ ਜਾਂਦੀ ਹੈ ਸਿੱਧੀ। ਦਿਮਾਗ 'ਚ ਆ ਕੇ ਗਿਆਨ ਇੰਦਰਾ ਜਾਂਦੀ ਹੈ, ਸਾਰੇ ਸਰੀਰ 'ਚ ਫੈਲ ਜਾਂਦੀ। ਗਿਆਨ ਯਾਨੀ ਦਿਮਾਗ ਨਾਲ ਸੁਰਤ ਜੁੜ ਕੇ ਹੀ ਸਰੀਰ 'ਚ ਫੈਲਦੀ ਹੈ ਸਾਰੇ 'ਚ। ਜਿਵੇਂ ਪਾਣੀ 'ਚ ਬਿਜਲੀ ਫੈਲ ਜਾਂਦੀ ਹੈ ਨਾ ਸਾਰੇ 'ਚ। ਜੇ ਤਾਰ ਪਾਣੀ 'ਚ ਪਾ ਦਈਏ ਤਾਂ ਪਾਣੀ ਸਾਰੇ 'ਚ ਬਿਜਲੀ ਫੈਲ ਜਾਂਦੀ। ਇਹ ਜਿਹੜੀ ਜੋਤ ਹੈ ਇਹਦਾ ਦਿਮਾਗ ਦੇ ਰਸਤੇ ਹੀ ਸਾਰੇ ਪਾਣੀ ਨਾਲ ਸਰੀਰ ਨਾਲ ਜੁੜਦਾ ਹੈ। ਬਬੀਹਾ ਜਲ ਮਹਿ ਤੇਰਾ ਵਾਸ ਹੈ। ਇਹ ਮਨ ਬਬੀਹੇ ਦਾ ਜਲ ਦੇ ਵਿੱਚ ਵਾਸ ਹੈ। ਪਾਣੀ ਸਰੀਰ 'ਚ ਹੈਗਾ ਹੀ ਆ, ਇਹਦੇ ਕਰਕੇ ਸਾਰੇ ਸਰੀਰ ਦੇ ਵਿੱਚ ਇਹਦਾ ਨਿਵਾਸ ਹੈ। ਖੂਨ ਦਾ ਜਿੱਥੇ ਦੌਰਾ ਘਟ ਜਾਂਦਾ ਉੱਥੇ ਕੰਟਰੋਲ ਸ਼ਕਤੀ ਦਾ ਘਟ ਜਾਂਦਾ, ਉਹਨਾਂ ਅੰਗਾਂ ਤੇ ਇਹਦਾ ਕੰਟਰੋਲ ਹੀ ਘਟ ਜਾਂਦਾ। ਮਨ ਨਹੀਂ ਰੁਕਦਾ ਦਿਮਾਗ ਦੇ ਵਿੱਚ ਜਾ ਕੇ ਕਦੇ ਵੀ। ਜੇ ਕੰਠ ਤੋਂ ਥੱਲੇ ਰੋਕ ਲਈਏ ਤਾਂ ਰੁਕਦਾ, ਕੰਠ ਤੋਂ ਉੱਪਰ ਚਲੇ ਗਿਆ ਫਿਰ ਨਹੀਂ ਰੁਕਦੀ ਸੁਰਤ ਕਦੇ ਵੀ। ਇਸ ਕਰਕੇ ਕਬੀਰ ਕਹਿੰਦਾ ਮੂਲ ਦੁਆਰੇ ਬੰਦਿਆ ਬੰਦ। ਕੰਠ ਦੇ ਉੱਤੇ ਜਿਹੜਾ ਸੀ ਨਾ, ਪੱਛਮ ਦੁਆਰੇ ਕੀ ਸਿਲ ਓੜ। ਜਦ ਅੰਦਰ ਨੂੰ ਝਾਕਦੇ ਹਾਂ ਤਾਂ ਆਹ ਦੁਆਰਾ ਉਤਲਾ ਪੱਛਮ ਦਾ ਹੋ ਜਾਂਦਾ। ਜੇ ਕੋਈ ਅੰਦਰ ਨੂੰ ਵੜੂ, ਬਾਹਰੋਂ ਆਇਆ ਅੰਦਰ ਨੂੰ ਵੜਿਆ ਜਾਂ ਅੰਦਰ ਵੜ ਗਿਆ ਤਾਂ ਦਰਵਾਜ਼ੇ ਵੱਲ ਪਿਠਾਪੇ ਹੋ ਜਾਣੀ ਉਹਦੀ। ਜੇ ਬਾਹਰ ਖੜਾ ਦਰਵਾਜ਼ੇ ਤੋਂ ਦਰਵਾਜ਼ੇ ਵੱਲ ਮੂੰਹ ਹੈ, ਜੇ ਅੰਦਰ ਵੜ ਗਿਆ ਦਰਵਾਜ਼ੇ ਵੱਲ ਪਿੱਠ ਹੈ। ਜਦੋਂ ਅਸੀਂ ਸੁੱਤੇ ਹੁੰਦੇ ਹਾਂ ਤਾਂ ਆਹ ਕੰਠ ਜਿਹੜਾ ਦੁਆਰ ਹੈ ਇਹਦੇ ਵੱਲ ਪਿੱਠ ਹੁੰਦੀ ਹੈ ਸਾਡੀ, ਇਹ ਮੂਲ ਦੁਆਰ ਹੈ। ਇਹਨੂੰ ਪੱਛਮ ਦੁਆਰੇ ਕੀ ਸਿਲੋੜ ਦਾ ਮਤਲਬ ਹੈ ਇੱਥੋਂ ਪਿੱਛੇ ਜਾਣਾ ਹੀ ਨਹੀਂ, ਇੱਧਰੋਂ ਮੂੰਹ ਕਰਨਾ ਹੀ ਨਹੀਂ। ਇੱਥੇ ਪੱਕਾ ਬੰਨ ਲਾ ਦੇ, ਸਿਲ ਪੱਥਰ ਦਾ ਬੰਨ, ਪੱਥਰ ਟੁੱਟੇ ਬੰਦ। ਜੇ ਇੱਥੋਂ ਸੁਰਤ ਉੱਤੇ ਚਲੀ ਗਈ, ਦਿਮਾਗ ਨਾਲ ਟੱਚ ਹੋ ਗਈ, ਫਿਰ ਨਹੀਂ ਰੁਕਣੀ, ਰੁਕੇ ਨਹੀਂ ਸਕਦੀ। ਇਸੇ ਕਰਕੇ ਜੋਗੀਆਂ ਨੇ ਮੰਨ ਲਿਆ ਵੀ ਮੁਕਤੀ ਮਰੇ ਤੋਂ ਬਾਅਦ ਮਿਲੂਗੀ। ਜਿਉਂਦੇ ਦਾ ਮਨ ਰੁਕ ਨਹੀਂ ਸਕਦਾ, ਫੁਰਨੇ ਬੰਦ ਨਹੀਂ ਹੋ ਸਕਦੇ। ਵਿਦਵਾਨ ਸਾਰੇ ਇਹੀ ਕਹਿੰਦੇ ਨੇ। ਉਹਨਾਂ ਵਿਦਵਾਨਾਂ ਨੂੰ ਮੂਰਖ ਕਿਹਾ ਹੋਇਆ। ਇੱਕ ਪਹਿਲੀ ਪੰਕਤੀ ਤੋਂ ਛੱਡ ਕੇ ਰਹੋ ਦੀ ਪੰਕਤੀ ਛੱਡ ਕੇ ਸਾਰੀਆਂ ਪੰਕਤੀਆਂ 'ਚ ਬੂੜੇ 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 ਲਫ਼ਜ਼ ਆਇਆ ਹੈ। ਮੂਰਖ 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 ਆਇਆ ਹੈ। ਕਿਉਂ? ਪੜ ਅਬ ਗੁਣ ਗੁਣ ਵਿਸਰਿਆ। ਜੋ ਪੜ੍ਹਾਈ ਕਾਲਜਾਂ ਸਕੂਲਾਂ 'ਚ ਪੜ੍ਹੀ ਹੈ
ਆ ਜੋ ਸ਼ਾਸਤਰਾਂ ਨਾਲ ਪੜ੍ਹਾਈ ਕਾਸ਼ੀ ਪੜ੍ਹਾਈ ਸੀ ਉਹ ਸਾਰੀ ਮੂਰਖ ਬਣਾਉਣ ਵਾਲੀ ਪੜ੍ਹਾਈ ਸੀ। ਉਹਨੇ ਮੂਰਖ ਬਣਾਏ ਨੇ। ਪੰਡਤ ਨੇ ਬਾਟ ਪਾੜੀ ਸੀ, ਸੱਚ ਦਾ ਮਾਰਗ ਛੱਡ ਕੇ ਝੂਠ ਦਾ ਮਾਰਗ ਦੱਸਦਾ ਸੀ। ਜੋਤ ਨੂੰ ਛੱਡ ਕੇ ਜਾਤ ਨਾਲ ਜੋੜਦੇ ਤੇ, ਆਤਮਾ ਨੂੰ ਛੱਡ ਕੇ ਸਰੀਰ ਨਾਲ ਜੋੜਦੇ ਸੀ, ਤੇ ਉਸੇ ਕਰਕੇ ਸਰੀਰ ਦੀਆਂ ਮੂਰਤੀਆਂ ਬਣਾ ਲਈਆਂ ਸੀ। ਦੁਨੀਆ ਦੀ ਸਾਰੀ ਪੜ੍ਹਾਈ ਮਾਇਆ ਨਾਲ ਜੁੜੀ ਹੋਈ ਹੈ। ਮਾਇਆ ਦੀ ਖੋਜ, ਪਦਾਰਥਾਂ ਦੀ ਖੋਜ ਔਰ ਪਦਾਰਥਾਂ ਦੀ ਪ੍ਰਾਪਤੀ, ਪਦਾਰਥਾਂ ਦੀ ਪ੍ਰਾਪਤੀ ਦੀ ਦੌੜ, ਇਹ ਦੁਨੀਆ ਦਾ ਸਾਰਾ ਇਹ ਕਾਰੋਬਾਰ ਇਹਦੇ ਵਿੱਚ ਚੱਲਦਾ। ਇਸੇ ਕਰਕੇ ਜਿਹੜੇ ਪ੍ਰਾਪਤੀ ਜਦੋਂ ਪਦਾਰਥਾਂ ਦੀ ਹੈ, ਮਾਇਆ ਦੀ ਹੈ, ਉਹ ਸਾਰੇ ਹੀ ਮਾਇਆਧਾਰੀ ਨੇ। ਮਾਇਆਧਾਰੀ ਦਾ ਮਤਲਬ ਬਹੁਤੇ ਪੈਸੇ ਵਾਲਾ ਨਹੀਂ ਹੁੰਦਾ। ਮਾਇਆਧਾਰੀ ਉਹ ਸਾਧ ਵੀ ਹੈ ਜਿਹੜਾ ਲਗੋਟੀ ਵੀ ਨਹੀਂ ਪਾਈ ਹੋਈ ਪਰ ਮੂਰਤੀ ਚੋਂ ਪਰਮੇਸ਼ਰ ਨੂੰ ਭਾਲਦਾ, ਉਹ ਵੀ ਮਾਇਆਧਾਰੀ ਹੈ। ਉਹ ਵੀ ਅਤਨਾ ਬੋਲਾ। ਮਾਇਆ ਦੀ ਤਾਂ ਡੈਫੀਨੇਸ਼ਨ ਜੋ ਦਿਸੇ ਸੋ ਮਾਇਆ, ਜੋ ਅੱਖਾਂ ਨੂੰ ਦੀ ਨਾ ਸਮਾਇਆ, ਜੋ ਨਹੀਂ ਦੀ ਨਾ ਉਹ ਆਪ ਹੈ। ਜਿਹੜਾ ਦੇਖਦਾ ਹੈ ਉਹ ਹੋਰ ਕੁਛ ਦੇਖਦਾ ਹੈ, ਉਹ ਆਪਣੇ ਆਪ ਨੂੰ ਨਹੀਂ ਦੇਖਦਾ। ਗੁਰਬਾਣੀ ਕਹਿੰਦੀ ਹੈ ਤੂੰ ਹੋਰ ਕੁਛ ਨਾ ਦੇਖ, ਤੂੰ ਆਪਣੇ ਆਪ ਨੂੰ ਦੇਖ। ਆਤਮ ਦਰਸ਼ਨ ਕਰ, ਤੂੰ ਨਿਰਾਕਾਰ ਹੈ। ਤੈਂ ਮਾਇਆ ਤੋਂ ਕੀ ਲੈਣਾ? ਜੇ ਮਾਇਆ ਦੀ ਜ਼ਰੂਰਤ ਵੀ ਹੈ ਤੈਨੂੰ, ਸਿਰਫ ਤੇਰੇ ਸਰੀਰ ਨੂੰ ਜ਼ਰੂਰਤ ਹੈ, ਤੈਨੂੰ ਨਹੀਂ ਜ਼ਰੂਰਤ। ਅਸੀਂ ਜੇ ਕੱਚੇ ਘਰ 'ਚ ਰਹਿੰਦੇ ਹਾਂ ਤਾਂ ਉਹਨੂੰ ਗਾਰੇ ਦੀ ਲੋੜ ਪੈਂਦੀ ਹੈ, ਲਿਪਣ ਨੂੰ ਪੈਂਦੀ ਹੁੰਦੀ ਸੀ ਜਦੋਂ ਕੱਚੇ ਘਰ ਸੀ। ਗਾਰੇ ਦਾ ਜੋ ਬਣਿਆ ਹੋਇਆ ਸੀ, ਇਹ ਵੀ ਰਕਤ ਭੂਮਿਕਾ ਗਾਰਾ ਹੈ। ਜਿੱਥੋਂ ਰਕਤ ਭੂਮਿਕਾ ਗਾਰਾ ਬਣਿਆ ਸਰੀਰ, ਉਹਦੀ ਉਹ ਲੋੜ ਹੈ ਇਹਨੂੰ ਬਚਾਉਣ ਵਾਸਤੇ। ਮਾਇਆ ਦੇ ਸਰੀਰ ਨੂੰ ਮਾਇਆ ਦੀ ਲੋੜ ਹੋਣੀ ਹੈ। ਤੇ ਜਿਹੜਾ ਤੇਰਾ ਅਸਲੀ ਸਰੀਰ ਹੈ, ਤੂੰ ਹੈ, ਜਿਹੜਾ ਤੇਰਾ ਘਰ ਹੈ, ਰਕਤ ਭੂਮਿਕਾ ਗਾਰਾ, ਤੂੰ ਕੀ ਹੈ? ਇਹ ਪੜ੍ਹਾਈ ਹੈ ਗੁਰਮਤਿ ਦੀ। ਤੇ ਤੋਂ ਬਿਨਾਂ ਹੋਰ ਸਭ ਕੁਝ ਕੀ ਹੈ? ਇਹ ਪੜ੍ਹਾਈ ਹੈ ਸੰਸਾਰ ਦੀ। ਇਹਨੂੰ ਕਹੇ ਅਵਿਦਿਆ। ਇਹ ਅਵਿਦਿਆ। ਅਵਿਦਿਆ ਪੜ੍ਹਿਆ ਹੋਇਆ ਮੂਰਖ ਬਣ ਜਾਂਦਾ, ਆਉਂਦਾ ਹੈ ਸਿਆਣਾ ਬਣ ਜਾਂਦਾ ਮੂਰਖ। ਗਿਆਨ ਲੈ ਕੇ ਆਇਆ ਸੀ, ਗਿਆਨ ਗਵਾ ਲਿਆ ਇੱਥੇ ਆ ਕੇ। ਕਿਵੇਂ ਗਵਾ ਲਿਆ? ਸਰੀਰ ਜਿਹੜਾ ਲੈ ਕੇ ਆਇਆ ਸੀ ਉਹਦੀ ਚਿੰਤਾ ਵਾਸਤੇ ਆਇਆ ਸੀ, ਨਿਰਾਕਾਰੀ ਸਰੀਰ। ਪਰ ਇੱਥੇ ਆ ਕੇ ਦੂਏ ਸਰੀਰ ਨਾਲ ਜਾ ਜੁੜ ਕੇ ਬਾਹਰ ਆਇਆ। ਜੋ ਸੰਸਾਰ ਤੇ ਸੁਣਿਆ, ਜੋ ਸੰਸਾਰ ਤੇ ਪੜ੍ਹਿਆ, ਅਵਿਦਿਆ। ਗਿਆਨ ਗਵਾਇਆ, ਦੂਜੇ ਪਾਇਆ। ਦੂਜੇ ਸਰੀਰ ਦੀ ਇੱਛਾ ਪੈਦਾ ਹੋ ਗਈ, ਦੂਜਾ ਪਾਇਆ। ਗਰਭ ਗਲੇ ਵਿਖ ਖਾਇਆ, ਗਰਭ 'ਚ ਗਲ ਗਿਆ, ਖਾਧੀ ਕਿ ਵਿਖ ਵਿਖਿਆ। ਇਹ ਪੜ੍ਹਾਈ ਵੀ ਵਿਖਿਆ, ਮਾਇਆ ਦੀ ਪੜ੍ਹਾਈ ਵੀ ਵਿਖਿਆ। ਇਹ ਸਾਰੇ ਮੂੜੇ ਨੇ, ਮੂਰਖ ਨੇ, ਜਿਹੜੇ ਇਹ ਪੜ੍ਹਾਈ ਪੜ੍ਹਦੇ ਨੇ। ਇਸ ਕਰਕੇ ਵਿਦਵਾਨਾਂ ਨੂੰ ਮੂਰਖ ਮੰਨਦੀ ਹੈ ਗੁਰਬਾਣੀ। ਜਿਹੜੇ ਆਤਮ ਗਿਆਨੀ ਨਹੀਂ, ਸਾਰੇ ਮੂਰਖ ਨੇ। ਜਿਹੜੇ ਆਤਮ ਦੀ ਖੋਜ ਦੇ ਵਿੱਚ ਨਹੀਂ ਲੱਗੇ ਹੋਏ, ਉਹ ਸਾਰੇ ਮੂਰਖ ਨੇ। ਪੰਡਤ ਸਾਰੇ ਹੀ ਮੂਰਖ ਨੇ, ਵਿਦਵਾਨ ਸਾਰੇ ਹੀ ਮੂਰਖ ਨੇ। ਗੁਰਮੁਖ ਨੂੰ ਛੱਡ ਕੇ ਸਾਰੇ ਹੀ ਮੂਰਖ ਨੇ। ਸਿੱਖੀ ਨੂੰ ਤਿਆਗ ਕੇ ਸਾਰੇ ਹੀ ਮੂਰਖ ਨੇ, ਭਾਵੇਂ ਸਿੱਖ ਵੀ ਨੇ। ਜਦ ਸਿੱਖੀ ਤਿਆਗਤੀ, ਜਿਹਨੇ ਸਦਾ ਸੁਖ ਦੇਣਾ ਸੀ, ਸਿੱਖੀ ਨੇ ਸਦਾ ਸੁਖ ਦੇਣਾ ਸੀ।
ਸਦ ਜੀਵਨ ਦੇਣਾ ਸੀ, ਸਦਾ ਸੁਖ ਦੇਣਾ ਸੀ, ਉਹ ਤਾਂ ਛੱਡਤੀ। ਹੁਣ ਸੁਖ ਨੂੰ ਦੇ ਯਤਨ ਕਰਦਾ ਫਿਰਦਾ। ਜਿੱਥੋਂ ਸੁਖ ਮਿਲਣਾ ਸੀ, ਜਿਨ੍ਹਾਂ ਨੂੰ ਮਿਲਿਆ ਉਹਨਾਂ ਨੇ ਦੱਸਿਆ ਵੀ ਐ ਮਿਲੂ ਐ ਨਹੀਂ ਮਿਲੂ, ਉਹਨਾਂ ਦੀ ਗੱਲ ਮੰਨੀ ਨਹੀਂ। ਜਿਨ੍ਹਾਂ ਨੂੰ ਮਿਲਿਆ ਕੱਖ ਨਹੀਂ, ਅੱਗ ਵਿੱਚ ਜਲਦੇ ਨੇ, ਉਹਨਾਂ ਦੀ ਗੱਲ ਮੰਨ ਲਈ ਤੇ ਫਿਰ ਮੂਰਖ ਨਾ ਹੋਇਆ ਤਾਂ ਕੀ ਹੋਇਆ? ਇਸ ਕਰਕੇ ਸਾਰੀਆਂ ਪੰਕਤੀਆਂ 'ਚ ਪੰਡਤ ਨੂੰ ਮੂਰਖ ਕਿਹਾ ਹੋਇਆ, ਪੰਥ ਨੂੰ ਮੂਰਖ ਕਿਹਾ ਹੋਇਆ। ਖੁਦ ਮੂਰਖ ਹੈ ਔਰ ਦੁਨੀਆ ਨੂੰ ਮੂਰਖ ਬਣਾ ਰਿਹਾ ਹੈ। ਵਿਦਵਾਨ ਮੂਰਖ ਨੇ ਔਰ ਮੂਰਖ ਬਣਾ ਰਹੇ ਨੇ। ਇਸੇ ਕਰਕੇ ਤਾਂ ਅੱਜ ਨਾਨਕ ਦੇ ਸਾਹਮਣੇ ਸਾਰੇ ਝੁਕਦੇ ਨੇ ਆ ਕੇ, ਭਗਤਾਂ ਨੂੰ ਸਾਰੇ ਮੰਨਦੇ ਨੇ। ਭਗਤਾਂ ਕੋ ਕੀ ਰੱਖਿਆ ਸੀ, ਕਿਉਂ ਮੰਨਦੇ ਹੋ ਭਗਤਾਂ ਨੂੰ ਤੁਸੀਂ? ਕੋਈ ਕਿੱਡਾ ਹੀ ਵੱਡਾ ਮਿਨਿਸਟਰ ਹੋਵੇ, ਕਿੱਡਾ ਹੀ ਵੱਡਾ ਰਾਸ਼ਟਰਪਤੀ ਹੋਵੇ, ਕਿੱਡਾ ਹੀ ਵੱਡਾ ਧਨਵਾਨ ਹੋਵੇ, ਕਿੱਡਾ ਹੀ ਵੱਡਾ ਸਾਇੰਸਦਾਨ ਹੋਵੇ, ਕਿੱਡਾ ਹੀ ਵੱਡਾ ਕੋਈ ਅਫਸਰ ਹੋਵੇ, ਕਿੱਡਾ ਹੀ ਵੱਡਾ ਕੋਈ ਜੱਜ ਹੋਵੇ, ਸਾਰੇ ਧਰਮ ਤੇ ਆ ਕੇ ਗੋਡੇ ਟੇਕ ਦਿੰਦੇ ਨੇ। ਕਿਉਂ? ਆਪ ਮੂਰਖ ਨੇ, ਮੂਰਖ ਨੇ ਆਪ ਆਪਣੇ ਆਪ ਨੂੰ ਘਟੀਆ ਸਮਝਦੇ ਨੇ। ਉਹਨਾਂ ਨੂੰ ਘਟੀਆ ਕਿਉਂ ਹੋ ਭਾਈ? ਤੁਸੀਂ ਵਧੀਆ ਕਿਉਂ ਨਹੀਂ ਹੁੰਦੇ? ਕਿਉਂ ਨਹੀਂ ਵਧੀਆ ਹੋ ਰਹੇ? ਵਧੀਆ ਬਣਨ ਦੀ ਕੋਸ਼ਿਸ਼ ਨਹੀਂ ਕਰ ਰਹੇ। ਉਹਨਾਂ ਨੂੰ ਵਧੀਆ ਬਣਦੇ ਨੇ, ਆਪ ਘਟੀਆ ਨੇ। ਵਧੀਆ ਬਣ ਸਕਦੇ ਨੇ ਪਰ ਬਣਨਾ ਕਿਉਂ ਨਹੀਂ ਬਣਦੇ? ਮਜਬੂਰੀਆਂ ਨੇ, ਤਾਂ ਕਰਕੇ ਮੂਰਖ ਨੇ। ਜਿਹੜਾ ਬਣ ਸਕਦਾ ਨਹੀਂ ਬਣਦਾ ਉਹ ਮੂਰਖ ਹੈ। ਜਿਹੜਾ ਪੜ੍ਹ ਸਕਦਾ ਸੀ ਨਹੀਂ ਪੜ੍ਹਿਆ ਉਹ ਮੂਰਖ ਹੈ। ਇਹ ਵੀ ਪੜ੍ਹਾਈ ਹੈ। ਆਤਮ ਗਿਆਨ ਦੀ ਅਲੱਗ ਪੜ੍ਹਾਈ ਹੈ। ਪੜ੍ਹਾਈ ਦਾ ਇਹੀ ਪੜ੍ਹਨ ਆਇਆ ਸੀ, ਆਇਆ ਸੁਣ ਪੜ੍ਹਨ ਕੋ ਬਾਣੀ, ਇਹ ਪੜ੍ਹਨ ਆਇਆ ਸੀ। ਪੜ੍ਹ ਲਿਆ ਕੁਝ ਹੋਰ। ਕੀ ਪੜ੍ਹ ਲਿਆ? ਪੜ੍ਹ ਅਵਗੁਣ ਗੁਣ ਵਿਸਰਿਆ, ਇਹ ਪੜ੍ਹ ਲਿਆ ਕਿ ਅਵਗੁਣ ਪੜ੍ਹ ਲਿਆ। ਅਵਗੁਣ ਕੀ ਹੁੰਦਾ? ਮੈਂ ਕੁਝ ਕਰ ਸਕਦਾ, ਮੈਂ ਪਾਪ ਕਰ ਸਕਦਾ, ਪੁੰਨ ਕਰ ਸਕਦਾ, ਇਹ ਪੜ੍ਹ ਲਿਆ। ਉਹ ਮੰਨਦਾ ਵੀ ਹੈ ਵੀ ਪਰਮੇਸ਼ਰ ਦੇ ਹੁਕਮ ਨਾਲ ਸਭ ਕੁਝ ਹੁੰਦਾ। ਆਪਾ ਵਿਰੋਧੀ ਪੜ੍ਹਾਈ ਪੜ੍ਹ ਲਈ, ਆਪਾ ਵਿਰੋਧੀ ਪੜ੍ਹਾਈ ਪੜ੍ਹ ਲਈ। ਉਹ ਕਹਿੰਦਾ ਉਹਦੇ ਹੁਕਮ ਨਾਲ ਇਹ ਵੀ ਮੰਨਦਾ ਕੁਛ, ਇਹ ਵੀ ਮੰਨਦਾ ਸਭ ਦੇ ਅੰਦਰ ਹੈ ਉਹ ਪਰਮਾਤਮਾ, ਇਹ ਵੀ ਮੰਨਦਾ ਬਾਹਰ ਹੈ, ਟੋਲਦਾ ਬਾਹਰੋਂ। ਤੇ ਮੂਰਖ ਨਹੀਂ ਫਿਰ ਹੋਰ ਕੀ ਹੈ? ਇਹਦਾ ਸਟੈਂਡ ਇਹ ਨਹੀਂ, ਮੂਰਖਾਂ ਦਾ ਸਟੈਂਡ ਨਹੀਂ ਹੁੰਦਾ। ਜਿਹਦਾ ਇੱਕ ਸਟੈਂਡ ਹੋਵੇ ਉਹ ਜਾਂ ਤਾਂ ਗੁਰਮੁਖ ਹੁੰਦਾ ਜਾਂ ਫਿਰ ਰਾਖਸ਼ ਹੁੰਦਾ। ਜਿਹੜੇ ਰੱਬ ਨੂੰ ਨਹੀਂ ਮੰਨਦੇ, ਬਿਲਕੁਲ ਨਹੀਂ ਮੰਨਦੇ, ਇਹ ਦੋ ਗਲਿਆਂ ਨੂੰ ਉਹ ਚੰਗੇ। ਉਹਨਾਂ ਨੂੰ ਜੋਧੇ ਕਿਹਾ ਦਸਮ ਪਾਤਸ਼ਾਹ। ਜੋਧੇ ਜੱਡੇ ਬੁਨਾਰੇ ਦਸਮ ਖੇਤ ਵਿੱਚ ਕਿਉਂ ਨੇ? ਉਹ ਕਿੱਥੋਂ ਪੈਦਾ ਹੁੰਦੇ ਨੇ? ਉਹ ਕਿੱਥੋਂ ਪੈਦਾ ਹੁੰਦੇ ਨੇ? ਕਿਹਨੇ ਪੈਦਾ ਕੀਤਾ? ਰਾਖਸ਼ਾਂ ਨੂੰ ਇਹਨਾਂ ਨੇ ਪੈਦਾ ਕੀਤਾ, ਜਿਹੜੇ ਮੂਰਤੀ 'ਚ ਭਗਵਾਨ ਮੰਨਦੇ ਨੇ, ਆਦਮੀ ਨੂੰ ਬੰਦੇ ਨੂੰ ਮੰਨਦੇ ਨੇ। ਉਹ ਕਹਿੰਦੇ ਜੇ ਤੂੰ ਭਗਵਾਨ ਹੈ ਤਾਂ ਮੈਂ ਵੀ ਭਗਵਾਨ। ਉਹ ਤਾਂ ਐਕਸ਼ਨ ਤੋਂ, ਇਹਨਾਂ ਦੇ ਐਕਸ਼ਨ ਤੋਂ ਰਿਐਕਸ਼ਨ ਹੋਇਆ ਹੋਇਆ। ਅੱਜ ਜਿਹੜੇ ਗੁਰੂ ਬਣੇ ਨੇ, ਥਾਂ ਥਾਂ ਸੰਤ ਬਣੇ ਨੇ, ਉਹ ਸਾਡੇ ਸਿੱਖੀ ਦੇ ਗਲਤ ਪ੍ਰਚਾਰ ਤੋਂ ਪੈਦਾ ਹੋਏ ਨੇ। ਤੁਸੀਂ ਸਹੀ ਪ੍ਰਚਾਰ ਨਹੀਂ ਕੀਤਾ। ਸਾਡੇ ਐਕਸ਼ਨ ਤੇ ਰਿਐਕਸ਼ਨ ਨੇ ਉਹ। ਜਿੱਦਣ ਅਸੀਂ ਨਾਨਕ ਨੂੰ ਦਾਸ ਮੰਨ ਲਿਆ ਅਸੀਂ ਗੋਬਿੰਦ ਨੂੰ ਦਾਸ, ਗੋਬਿੰਦ ਸਿੰਘ ਫਤਿਹ ਖਾਲਸਾ, ਦਰਸ ਪਰਸ ਮਿਟੇ ਸੋਗ, ਇਹ ਗੱਲ ਮੰਨ ਲਈ ਅਸੀਂ। ਇਹਨਾਂ ਨੂੰ ਗੁਰੂਆਂ ਦੀ ਜਗ੍ਹਾ ਦਾਸ ਮੰਨ ਲਿਆ। ਸਤਿਗੁਰ ਤਾਂ ਅਸੀਂ ਮੰਨ ਸਕਦੇ ਹਾਂ, ਗੁਰੂ ਨਹੀਂ ਮੰਨ ਸਕਦੇ। ਸਤਿਗੁਰ ਹਮੇਸ਼ਾ ਦਾਸ ਹੁੰਦਾ ਗੁਰੂ ਦਾ। ਸਤਿਗੁਰ ਬੋਲਦਾ, ਗੁਰੂ ਬੁਲਾਉਂਦਾ। ਸਤਿਗੁਰ ਬੋਲਦਾ, ਬਾਣੀ ਸਤਿਗੁਰ ਦੀ ਹੈ, ਗੁਰੂ ਬੁਲਾਉਂਦਾ, ਬੁਲਾਉਣ ਵਾਲਾ ਗੁਰੂ ਹੈ। ਉਹ ਬਾਣੀ ਜਿਹੜੀ ਤੁਰਕੀ ਆਈ ਆ ਉਹ ਗੁਰੂ ਹੈ, ਉਹਦੀ ਹੈ, ਬੁਲਾਉਣ ਵਾਲੇ ਦੀ। ਇਹ ਬੋਲਣ ਵਾਲੇ ਦੀ ਹੈ।
ਇਹ ਗੁਰਬਾਣੀ ਹੈ। ਜਿੰਨਾ ਚਿਰ ਸਾਨੂੰ ਇਹਦਾ ਪਤਾ ਸਮਝ ਨਹੀਂ ਨਾ ਆਉਂਦੀ, ਆ ਜਿਹੜਾ ਸਾਡੇ ਕੋਲ ਹੁਣ ਰੂਪ ਹੈ ਅੱਖਾਂ ਨੂੰ ਦੇਖਣ ਵਾਲਾ, ਇਹ ਉਸ ਗੁਰਬਾਣੀ ਦਾ ਅਖਰੀ ਰੂਪ ਹੈ। ਜੋ ਉਹਨਾਂ ਨੇ ਬੋਲਿਆ ਉਹ ਅੱਖਰਾਂ 'ਚ ਲਿਖਿਆ, ਇਹ ਅਖਰੀ ਰੂਪ ਹੈ। ਇਹ ਗੁਰਬਾਣੀ ਦਾ ਅਖਰੀ ਰੂਪ ਹੈ। ਬਾਣੀ ਤਾਂ ਬੋਲੇ ਤੇ ਬਣਨਾ ਨੇ, ਹੁਣ ਅੱਖਰੇ ਨੇ ਇਹ ਗੁਰਬਾਣੀ ਦਾ ਅਖਰੀ ਰੂਪ, ਕਿਉਂਕਿ ਰੂਪ ਅੱਖ ਦਾ ਵਿਸ਼ਾ, ਰੂਪ ਅੱਖਰਾਂ ਦੀ ਦਾ। ਬਾਣੀ ਕੰਨਾਂ ਨਾਲ ਸੁਣਦੀ ਹੈ, ਗੁਰਬਾਣੀ ਜਾਂ ਬਾਣੀ ਕੰਨਾਂ, ਬੋਲ ਆਵਾਜ਼ ਸ਼ਬਦ ਕੰਨਾਂ ਨਾਲ ਸੁਣਦਾ। ਕੰਨਾਂ ਨਾਲ ਸੁਣਨ ਵਾਲੀ ਚੀਜ਼ ਬਾਣੀ ਹੈ, ਅੱਖਾਂ ਨਾਲ ਦੇਖਣ ਵਾਲੀ ਚੀਜ਼ ਰੂਪ ਹੈ। ਇਹ ਬਾਣੀ ਦਾ ਆਖਰੀ ਰੂਪ ਹੈ, ਗੁਰਬਾਣੀ ਦਾ ਆਖਰੀ ਰੂਪ ਹੈ। ਇਹਦੇ ਫਰਕ ਦਾ ਵੀ ਸਾਨੂੰ ਤਾਂ ਪਤਾ ਨਹੀਂ। ਇਹ ਤਾਂ ਪਹਿਲਾਂ ਇਹੀ ਕਿਹਾ ਸੀ ਨਾ, ਇਹਨਾਂ ਅੱਖਰਾਂ ਮੈਂ ਕੋਈ ਗੁਰਮੁਖ ਹੋ ਜਾਏ। ਪਰ ਅਸੀਂ ਤਾਂ ਆਪਗੁਣ ਪੜ੍ਹੇ ਹੋਏ ਨੇ, ਅਸੀਂ ਕੁਝ ਹੋਰ ਪੜ੍ਹਿਆ ਹੈ। ਅਸੀਂ ਪੜ੍ਹਾਈ ਨਹੀਂ ਪੜ੍ਹੀ, ਗੁਰਬਾਣੀ ਵਾਲੀ ਨਹੀਂ ਪੜ੍ਹੀ ਹੈ, ਜੋ ਅਵਿਦਿਆ ਪੜ੍ਹੀ ਹੋਈ ਹੈ। ਅਵਿਦਿਆ ਹੁਣ ਗਾਹਾਂ ਪਤਾ ਲੱਗੂਗਾ ਅਵਿਦਿਆ ਕਿਵੇਂ ਪੜ੍ਹੀ ਹੋਈ ਹੈ। ਤਦੇ ਧਾਵਤ ਵਰਜ ਰਖ ਮੂੜੇ, ਅੰਤਰ ਤੇਰੇ ਨਿਧਾਨ ਪਿਆ। ਜੇ ਅਸੀਂ ਗੁਰਮਤਿ ਵਾਲੀ ਪੜ੍ਹਾਈ ਪੜ੍ਹ ਲੈਂਦੇ ਤਾਂ ਸਾਡਾ ਮਨ ਆਪੇ ਟਿਕਿਆ ਹੋਇਆ ਹੋਣਾ ਚਾਹੀਦਾ ਸੀ ਸਿੱਖਾਂ ਦਾ। ਜੇ ਟਿਕਿਆ ਨਹੀਂ ਤਾਂ ਮੂਰਖਾਂ, ਅਜੋ ਸਾਨੂੰ ਉਪਦੇਸ਼ ਹੋ ਰਿਹਾ ਹੈ। ਜੇ ਜੋ ਮਨ ਨਹੀਂ ਨਾ ਟਿਕਿਆ ਫਿਰ ਅਸੀਂ ਬਾਬਣ ਦੇ ਹੀ ਚੇਲੇ ਹਾਂ। ਅਜੋ ਸਿੱਖ ਨਹੀਂ ਬਣੇ, ਸਿੱਖ ਦਾ ਮਨ ਤਾਂ ਟਿਕਿਆ ਹੋਇਆ ਹੁੰਦਾ। ਜੇ ਸਾਨੂੰ ਉਪਦੇਸ਼ ਹੋ ਰਿਹਾ ਹੈ, ਮਨ ਟਿਕਿਆ ਨਹੀਂ ਹੋਇਆ, ਸਿੱਖ ਅਸੀਂ ਉਦਣ ਬਣਾਂਗੇ ਜਦੋਂ ਅਸੀਂ ਮਨ ਟਿਕਾ ਲਾਂਗੇ ਆਪਣਾ। ਮਨ ਟਿਕਾਉਣ ਵਾਲੇ ਪਾਸੇ ਜੋ ਅਸੀਂ ਗਏ ਹੀ ਨਹੀਂ, ਇਹ ਤਾਂ ਅਸੀਂ ਮਹਿਸੂਸ ਕਰਦੇ ਹਾਂ, ਮੰਨਦੇ ਹਾਂ ਵੀ ਬਾਣੀ ਪੜ੍ਹਦੇ ਹਾਂ ਜੀ ਮਨ ਨਹੀਂ ਲੱਗਦਾ। ਮਾਲਾ ਫੇਰਦੇ ਹਾਂ, ਸੰਤ ਮਾਲਾ ਦੇ ਦਿੰਦੇ ਨੇ, ਉਹ ਕਹਿੰਦੇ ਤੇਰਾ ਮਨ ਤਾਂ ਟਿਕਦਾ ਨਹੀਂ। ਪਹਿਲਾਂ ਮਨ ਟਿਕਾਉਣ ਦੀ ਵਿਧੀ ਦੱਸ, ਫਿਰ ਮਾਲਾ ਦਾ ਹੀ ਮਨ ਟਿਕੂਗਾ ਤਾਂ ਜੇ ਗੁਰਬਾਣੀ ਦੀ ਸੋਝੀ ਆਊਗੀ, ਗੁਰਬਾਣੀ ਚੋਂ ਕੋਈ ਸਮਝ ਆਊਗੀ। ਜਿੱਥੋਂ ਸਮਝ ਆਉਂਦੀ ਉੱਥੇ ਮਨ ਲੱਗਦਾ, ਜਿੱਥੇ ਸਮਝ ਨਹੀਂ ਆਉਂਦੀ ਉੱਥੇ ਮਨ ਨਹੀਂ ਲੱਗਦਾ। ਪ੍ਰਾਪਤੀ ਕੁਛ ਨਹੀਂ ਹੁੰਦੀ। ਸਮਝ ਰਸ ਹੁੰਦਾ, ਰਸ ਮਿਲੂਗਾ, ਕੁਛ ਸਮਝ ਆਊਗੀ। ਬੱਚੇ ਕਿਉਂ ਨਹੀਂ ਗੁਰਦੁਆਰੇ ਜਾ ਕੇ ਟਿਕਦੇ? ਉੱਥੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਕੁਛ। ਕਾਰਟੂਨ ਦੇਖਦੇ ਕਿਉਂ ਟਿਕਦੇ ਨੇ ਬੱਚੇ? ਕਾਰਟੂਨ ਦੇਖਣ ਲੱਗ ਜਾਓ ਫਿਰ ਟਿਕ ਜਾਂਦੇ ਨੇ, ਗੁਰਦੁਆਰੇ ਨਹੀਂ ਟਿਕਦੇ ਜਾ ਕੇ। ਕਾਰਟੂਨਾਂ 'ਚ ਉਹਨਾਂ ਨੂੰ ਰਸ ਆਉਂਦਾ, ਗੁਰਦੁਆਰੇ ਨੂੰ ਰਸ ਨਹੀਂ ਆਉਂਦਾ। ਜਿਹਨੂੰ ਜਿੱਥੋਂ ਰਸ ਆਉਂਦਾ ਉੱਥੇ ਉਹਦਾ ਮਨ ਟਿਕਦਾ। ਐਨੀ ਅਕਲ ਸਿੱਖਾਂ ਨੂੰ ਹੈ ਕਿੱਥੇ? ਇਹਨਾਂ ਨੇ ਵਿਚਾਰਿਆ ਹੀ ਨਹੀਂ ਕਦੇ ਕੁਛ, ਵਿਚਾਰਨ ਵਾਲੇ ਪਾਸੇ ਗਏ ਨਹੀਂ। ਵਿਚਾਰਨ ਦਾ ਤਾਂ ਅਸਲ ਦੇ ਵਿੱਚ ਸਿੱਖੀ ਮਾਇਆ ਤੋਂ ਰਹਿਤ ਚੀਜ਼ ਦਾ ਨਾਮ ਹੈ। ਮਾਇਆ ਛਡਾਉਂਦੀ ਹੈ, ਮਾਇਆ ਨੂੰ ਚਿੰਬੜਦੇ ਨੇ। ਸਿੱਖੀ ਵਾਲੀ ਗੱਲ ਹੈ ਉਹ ਨਹੀਂ। ਸਿੱਖੀ ਦਾ ਨਾਮ ਤਾਂ ਵਰਤ ਕੇ ਪ੍ਰਪੰਚ ਰਚਿਆ ਹੋਇਆ। ਅਸਲ 'ਚ ਪਖੰਡਵਾਦ ਹੈ ਸਾਡੇ ਕੋਲ, ਹੋਰ ਕੁਛ ਨਹੀਂ ਹੈ। ਪ੍ਰਪੰਚ ਹੈ ਸਾਰਾ ਹੀ ਸਿੱਖੀ ਦੇ ਨਾਮ ਤੇ। ਜਿਵੇਂ ਪਾਦੇ ਦਾ ਕੀਤਾ ਹੋਇਆ ਤਾਂ ਅਸੀਂ ਕਰ ਲਿਆ, ਸਭ ਮਾਇਆ ਦਾ ਪਸਾਰ ਹੈ। ਹਾਂਜੀ, ਤਦੇ ਧਾਵਤ ਵਰਜ ਰਖ ਮੂੜੇ। ਧਾਵਤ ਵਰਜ ਤਾਂ ਰੱਖਦੇ ਜੇ ਅਸੀਂ ਸਿੱਖੀ ਧਾਰਨ ਕਰਨੀ ਹੁੰਦੀ। ਜੇ ਨਹੀਂ ਕਰਦੇ ਫਿਰ ਮੂਰਖ। ਧਾਵਤ ਵਰਜ ਰਖ ਮੂੜੇ, ਅੰਤਰ ਤੇਰੇ ਨਿਧਾਨ ਪਿਆ। ਅੰਤਰ ਤੇਰੇ ਨਿਧਾਨ ਪਿਆ। ਜਿਹੜਾ ਖਜ਼ਾਨਾ ਬਾਹਰ ਟੋਲਦਾ, ਜਿੱਥੇ ਭੱਜਿਆ ਫਿਰਦਾ ਮਨ, ਖਜ਼ਾਨਾ ਦਾ ਅੰਦਰ ਹੈ ਨਾਮ ਦਾ। ਜੇ ਨਾਮ ਦਾ ਖਜ਼ਾਨਾ ਨਹੀਂ ਚਾਹੀਦਾ ਤੈਨੂੰ, ਫਿਰ ਤੂੰ ਮੂਰਖ ਵੀ ਹੈ। ਔਰ ਮੂਰਖ ਸਿੱਖ ਨਹੀਂ ਹੁੰਦਾ, ਗੁਰੂ ਦੇ ਸਿੱਖ ਮੂਰਖ ਨਹੀਂ ਹੁੰਦੇ। ਜੇ ਮੂਰਖ ਹੈ ਤਾਂ ਸਿੱਖ ਨਹੀਂ ਹੈ। ਨਿਧਾਨ ਤੇਰੇ ਅੰਦਰ ਹੈ, ਨਾਮ ਨਿਧਾਨ। ਹਾਂਜੀ, ਗੁਰਮੁਖੀ ਹੋਵੇ ਤਾਂ ਹਰ ਰਸ ਪੀਵੇ, ਜੁਗਾ ਜਗੰਤਰ ਖਾਹੇ ਪਿਆ। ਜੇ ਗੁਰਮੁਖ ਹੋਵੇ, ਗੁਰੂ ਦੀ ਗੱਲ ਮੰਨਣ ਵਾਲਾ ਹੋਵੇ ਤਾਂ ਹਰ ਰਸ ਪੀਵੇ। ਤੂੰ ਤਾਂ ਮੰਨਦਾ ਹੀ ਨਹੀਂ, ਸੁਣਦਾ ਹੀ ਨਹੀਂ। ਮੰਨਣ ਵਾਲੀ ਗੱਲ ਤਾਂ ਗਾਂਹ ਗਈ। ਬਾਣੀ ਸੁਣਨ ਨੂੰ ਬੈਠਣਾ ਹੀ ਮੁਸ਼ਕਲ ਹੈ। ਬੜੇ ਔਖੇ ਉਹ ਕਹਿੰਦੇ ਭੋਗ ਵੇਲੇ ਚੱਲਾਂਗੇ। ਕਿਹੜਾ ਬੈਠੂਗਾ ਉੱਥੇ ਜਾ ਕੇ?
ਲੰਗਰ ਵੇਲੇ ਚੱਲਾਂਗੇ, ਭੋਗ ਪੈ ਲੈਣ ਦੋ, ਅਰਦਾਸ ਹੋ ਲੈਣ ਦੋ। ਲੰਗਰ ਵੇਲੇ ਭੀੜ ਹੁੰਦੀ ਹੈ। ਜੇ ਲੰਗਰ ਲਾਵੇ ਗੁਰਦੁਆਰੇ ਕੋਈ ਜਾਂਦਾ ਹੀ ਨਹੀਂ। ਦੋ ਚੀਜ਼ਾਂ ਹਟਾ ਦੋ, ਕੜਾਹ ਪ੍ਰਸ਼ਾਦ ਔਰ ਲੰਗਰ, ਦੋਏ ਹਟਾ ਦੋ। ਦੇਖੋ ਫਿਰ ਕੌਣ ਆਉਂਦਾ ਗੁਰਦੁਆਰੇ। ਅਰਦਾਸ ਕਰ ਲੋ, ਕੜਾਹ ਪ੍ਰਸ਼ਾਦ ਬੰਦ ਕਰ ਦੋ ਦੇਣਾ, ਔਰ ਲੰਗਰ ਬੰਦ ਕਰ ਦੋ। ਜਿਹੜੇ ਦੋ ਚਾਰ ਆਉਂਦੇ ਨੂੰ ਵੀ ਹਟ ਜਾਣਗੇ। ਤੇ ਫਿਰ ਸਿੱਖੀ ਕਾਹਦੀ ਹੋਈ? ਸਿੱਖੀ ਕਾਹਦੀ ਹੋਈ? ਇਹ ਸਿੱਖੀ ਹੈ। ਇਹ ਤਾਂ ਢਿੱਡ ਦੀ ਭੁੱਖ ਹੈ। ਜੁਗਾ ਜਗੰਤਰ ਖਾਹੇ ਪਿਆ। ਉਹ ਜੁਗਾ ਜਗਾ ਉਹ ਮੁੱਕਣ ਵਾਲੀ ਚੀਜ਼ ਹੈ। ਨਿਧਾਨ ਉਹ ਇੰਨਾ ਨਿਧਾਨ ਹੈ, ਖਜ਼ਾਨਾ ਹੈ। ਉਹ ਜੁਗਾ ਜਗੰਤਰ ਖਾਈ ਜਾ, ਉਹ ਨਹੀਂ ਮੁੱਕਦਾ ਫਿਰ ਤੇ ਨਾ ਉਹ ਮੁੱਕੇ ਨਾ ਤੂੰ ਮਰੇ। ਗੱਗਾ ਗੋਬਿੰਦ ਚਿੱਤ ਕਰ ਮੂੜੇ, ਗੱਲੀ ਕਿਨੇ ਨਾ ਪਾਇਆ। ਗੋਬਿੰਦ ਚਿੱਤ ਕਰ ਮੂੜੇ, ਚਿੱਤ ਨੂੰ ਗੋਬਿੰਦ ਸਮਝ ਲੈ, ਗੱਲਾਂ ਨਾ ਬਹੁਤੀਆਂ ਕਰ। ਗੋਬਿੰਦ ਬਾਹਰ ਨਹੀਂ ਹੁੰਦਾ, ਕ੍ਰਿਸ਼ਨ ਨੂੰ ਗੋਬਿੰਦ ਕਹੀ ਜਾਂਦਾ ਤੂੰ। ਇਹ ਛੱਡ ਦੇ ਗੱਲਾਂ ਬਹੁਤੀਆਂ ਕਰਦੀਆਂ, ਸਾਖੀਆਂ ਸੁਣਾਉਣੀਆਂ ਛੱਡ ਦੇ। ਇਹ ਜੋ ਕੁਛ ਕਿਸੇ ਨੇ ਪ੍ਰਾਪਤ ਨਹੀਂ ਕੀਤਾ, ਗੱਲੀ ਕਿਨੇ ਨਾ ਪਾਇਆ। ਇੱਕ ਫਿਰੇ ਘਰੇ ਰੇ ਕਰੇ ਗੱਲਾਂ। ਇਹ ਵੀ ਗੁਰੂ ਅਮਰਦਾਸ ਦੀ ਉਹ ਬਾਣੀ ਦੇ ਵਿੱਚ ਹੋਣ, ਇਹ ਵੀ ਉਹਨਾਂ ਦੀ ਹੋਈ ਹੈ ਪੱਟੀ। ਗੱਲੀ ਕਿਨੇ ਨਾ ਪਾਇਆ, ਗੱਲੀ ਕਿਨੇ ਨਾ ਪਾਇਆ। ਉੱਥੇ ਆਨੰਦ ਸਾਹਿਬ 'ਚ ਵੀ ਇਹੀ ਗੱਲ ਕਹੀ ਹੈ, ਇੱਥੇ ਵੀ ਇਹੀ ਗੱਲ ਕਹੀ ਹੈ। ਇੱਕ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਗੱਲਾਂ ਬਹੁਤ ਕਰਦੇ ਨੇ, ਬਹੁਤ ਕਿਤਾਬਾਂ ਪੜ੍ਹੀਆਂ ਹੋਈਆਂ ਨੇ, ਗ੍ਰੰਥ ਪੜ੍ਹੇ ਨੇ, ਪਰ ਵਿੱਚ ਕੀ ਆ? ਕੁਛ ਵੀ ਨਹੀਂ। ਤੱਤ ਦਾ ਕੋਈ ਗਿਆਨ ਨਹੀਂ, ਤੱਤ ਦੀ ਕੋਈ ਗੱਲ ਨਹੀਂ। ਗੋਬਿੰਦ ਚਿੱਤ ਕਰ ਮੂੜੇ। ਹਾਂ, ਗੋਬਿੰਦ ਚਿੱਤ ਹੀ ਗੋਬਿੰਦ ਹੈ। ਜਿੱਥੇ ਸੁਰਤ ਨੇ ਜਾ ਕੇ ਜੁੜਨਾ, ਜਿੱਥੇ ਤੇਰਾ ਧਿਆਨ ਜੁੜਨਾ, ਉਹ ਬਿੰਦੂ ਚਿੱਤ ਹੀ ਹੈ। ਉਹ ਤੇਰਾ, ਹਾਂ, ਉਹਦੇ ਨਾਲ ਉਹੀ ਤੇਰਾ ਮੂਲ ਹੈ। ਮੂਲ ਹੈ ਤੇਰਾ ਉਹ ਬਿੰਦੂ। ਚਿੱਤ ਮੂਲ ਹੈ, ਚਿੱਤ ਚੋਂ ਮਨ ਪੈਦਾ ਹੋਇਆ ਹੈ। ਨਾਨਕ ਇਹ ਵਿਧੀ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਚਾਹੇ ਦੋ ਚਿੱਤ ਕਹਿ ਲੋ, ਚਾਹੇ ਦੋ ਮਨ ਕਹਿ ਲੋ, ਚਾਹੇ ਇੱਕ ਮਨ ਇੱਕ ਚਿੱਤ ਕਹਿ ਲੋ। ਦਾਲ ਹੋਈ ਹੈ। ਸੁਰਤ ਨੇ ਉਹਦੇ ਨਾਲ ਜਾ ਜੁੜਨਾ, ਆਪਣੇ ਮੂਲ ਨਾਲ। ਉਹੀ ਗੋਬਿੰਦ ਹੈ ਜਿੱਥੇ ਜੁੜਨਾ। ਇੱਕ ਹੋਣਾ ਤਾਂ ਇੱਕ ਹੋਣਾ। ਗੋਬਿੰਦ ਸਾਬਤ ਨਹੀਂ ਹੁੰਦਾ, ਗੋਬਿੰਦ ਇੱਕ ਨਹੀਂ ਹੁੰਦਾ। ਗੋਬਿੰਦ ਜਿੱਦਾਂ ਹੀ ਹੁੰਦਾ। ਗੁਰ ਕੇ ਚਰਨ, ਪਰ ਗੋਬਿੰਦ ਜਨਮ ਨਹੀਂ ਲੈਂਦਾ। ਗੋਬਿੰਦ ਜਨਮ ਨਹੀਂ ਲੈਂਦਾ। ਜਨਮ ਜਿਹੜਾ ਲੈਂਦਾ ਉਹ ਗੋਬਿੰਦ ਨਹੀਂ ਹੈ। ਇਹਨਾਂ ਨੇ ਜਨਮ ਲੈਣ ਵਾਲੇ ਨੂੰ ਗੋਬਿੰਦ ਮੰਨਿਆ ਹੋਇਆ ਹੈ। ਕ੍ਰਿਸ਼ਨ ਦੇਹਧਾਰੀ ਇੱਥੇ ਗਲਤੀ ਕੀਤੀ ਹੋਈ ਹੈ। ਗੋਬਿੰਦ ਨਿਰਲੇਪ ਹੈ, ਅੱਧਾ ਨਿਰਲੇਪ ਹੈ। ਸਾਹ ਤਾਂ ਲੈਂਦਾ ਹੈ ਇੱਛਾ ਸ਼ਕਤੀ ਨਾਲ। ਅੰਦਰ ਗੋਬਿੰਦ ਹੈ, ਜਿਹੜਾ ਬਾਹਰ ਹੈ ਜੀਵ ਆਤਮਾ। ਇਹ ਉਹਦਾ ਗੋਬਿੰਦ ਦਾ ਮਨ ਹੈ। ਬਾਹਰ ਅੰਦਰ ਗੋਬਿੰਦ ਹੈ, ਇਹ ਗੋਬਿੰਦ ਦਾ ਮਨ ਹੈ। ਮਨ ਉਹਦਾ ਉਹ ਤਾਂ ਬੇਕਾਬੂ ਹੋਇਆ ਹੋਇਆ। ਜਿੱਦਣ ਉਹਦਾ ਮਨ ਕਾਬੂ ਹੋ ਗਿਆ ਗੋਬਿੰਦ ਦਾ, ਬਸ ਉਦਣ ਇੱਕ ਹੋ ਗਿਆ। ਉਦਣ ਇੱਕ ਹੋਣਾ ਗੋਬਿੰਦ ਨੇ, ਸਾਬਤ ਸੂਰਤ ਹੋਣਾ ਉਦਣ। ਫਿਰ ਉਹ ਸੱਚਖੰਡ ਚਲਿਆ ਜਾਊਗਾ, ਫਾਈਨਲ ਨਿਵਾਸ ਹੋ ਜਾਊਗਾ ਉਹਦਾ। ਸੱਚ ਭਰਮ ਦੇ ਅੰਡੇ ਜੋ ਬਾਹਰ ਆ ਜਾਊਗਾ। ਗੁਰ ਕੇ ਚਰਨ ਹਿਰਦੇ ਵਸਾਏ ਮੂੜੇ, ਪਿਛਲੇ ਗੁਣ ਹੈ ਸਭ ਬਖਸ਼ ਲਿਆ। ਜੇ ਗੁਰ ਕੇ ਚਰਨ ਹਿਰਦੇ ਵਸਾ ਲਵੇ, ਗੋਬਿੰਦ ਦੇ ਚਰਨਾਂ ਨੂੰ ਹਿਰਦੇ 'ਚ ਵਸਾ ਲਵੇ, ਗੋਬਿੰਦ ਦੇ ਗੁਣਾਂ ਨੂੰ ਹਿਰਦੇ 'ਚ ਵਸਾ ਲਵੇ। ਜੇ ਬੁਰੇ ਦਾ ਭਲਾ ਕਰਨ ਲੱਗ ਜਾਵੇ, ਸੋਚਣ ਲੱਗ ਜਾਵੇ, ਕਰਨ ਲੱਗ ਜਾਵੇ, ਸੋਚਣ ਲੱਗ ਜਾਵੇ, ਜੇ ਬੈਰੀ ਬਗਾਨਾ ਤੇਰੇ ਅੰਦਰੋਂ ਸਮਾਪਤ ਹੋ ਜਾਵੇ, ਫੇਰ ਤੂੰ ਇਹ ਜੇ ਗੋਬਿੰਦ ਵਾਲੇ ਗੁਣ ਤੇਰੇ ਛੋਟੇ ਮਨ ਵਿੱਚ ਗੋਬਿੰਦ ਵਾਲੇ ਗੁਣ ਨਹੀਂ ਹੈ। ਤੇਰ ਮੇਰ ਛੱਡ ਦਵੇਂ, ਮੇਰੀ ਕਰਨੀ ਛੱਡ ਦਵੇਂ,
ਮੈਂ ਕਰਨਾ ਛੱਡ ਮੈਂ ਤੂੰ ਹੀ ਕਰੇ। ਜੇ ਤੂੰ ਕਰਿਆ ਤਾਂ ਤੂੰ ਵੀ ਗੋਬਿੰਦ ਦੇ ਹੋ ਜਾਵੇਂ, ਗੋਬਿੰਦ ਦੇ ਵਿੱਚ ਹੀ ਰਲ ਜਾਵੇਂ। ਤੂੰ ਗੋਬਿੰਦ ਤੋਂ ਵੱਖਰਾ, ਗੋਬਿੰਦ ਕਿਸੇ ਹੋਰ ਨੂੰ ਮੰਨਦਾ, ਆਪ ਕੁਛ ਹੋਰ ਬਣਿਆ ਫਿਰਦਾ। ਤੂੰ ਮੈਂ ਛੱਡ ਦਵੇਂ ਤੂੰ ਗੋਬਿੰਦ ਹੀ ਵਿੱਚੇ ਸਮਾ ਜਾਏਗਾ ਉਹਦੇ ਨਾਲ। ਗੋਬਿੰਦ ਰਹਿ ਜੂ ਤੂੰ ਖਤਮ ਹੋ ਜਾਏਗਾ। ਪਿਛਲੇ ਗੁਨਾਹ ਸਭ ਬਖਸ਼ ਲਿਆ। ਪਿਛਲੇ ਜਿਹੜੇ ਗੁਨਾਹ ਕੀਤੇ ਨੇ ਤੈਂ ਔਗਣ ਕੀਤੇ ਨੇ ਉਹ ਬਖਸ਼ੇ ਜਾ ਸਕਦੇ ਨੇ। ਪਾਦੇ ਨੂੰ ਕਹਿ ਰਹੇ ਨੇ ਪਿਛਲੇ ਗੁਨਾਹ ਬਖਸ਼ੇ ਜਾ ਸਕਦੇ ਨੇ ਜੇ ਤੇ ਤੋਂ ਭੁੱਲ ਚ ਹੋ ਗਏ ਚਾਹੇ ਜਾਣ ਕੇ ਕੀਤੇ। ਜਾਣ ਕੇ ਕੀਤੇ ਚਾਹੇ ਵੈਸੇ ਹੋ ਗਏ ਬਖਸ਼ੇ ਜਾ ਸਕਦੇ ਨੇ ਜੇ ਗਾਂ ਨੂੰ ਕਰਨ ਦੀ ਤੋਬਾ ਕਰ ਲਵੇ, ਗਾਂ ਨੂੰ ਨਾ ਕਰੇ, ਪਿਛਲੇ ਬਖਸ਼ੇ ਜਾ ਸਕਦੇ। ਇਲਾਜ ਹੈ ਇਹ ਨਾ ਕਹੋ ਵੀ ਇਲਾਜ ਨਹੀਂ ਹੈ ਸਜ਼ਾ ਮਿਲੂਗੀ। ਉਹ ਕਹਿੰਦੇ ਨੇ ਸਜ਼ਾ ਮਿਲੂਗੀ ਕਰਮ ਦੀ, ਗੁਰਬਾਣੀ ਕਹਿੰਦੀ ਹੈ ਬਿਲਕੁਲ ਸਜ਼ਾ ਨਹੀਂ ਮਿਲੂਗੀ ਕਰਮ ਦੀ। ਇੱਥੇ ਵੀ ਹਿੰਦੂਵਾਦ ਦੇ ਖਿਲਾਫ ਖੜੀ ਹੈ ਬਾਣੀ। ਉਹ ਕਹਿੰਦੇ ਨੇ ਕਰਮ ਤੁਹਾਨੂੰ ਭੁਗਤੇ ਹੀ ਪੈਣੇ ਨੇ। ਬਿਲਕੁਲ ਗਲਤ ਗੱਲ ਹੈ। ਕਰਮ ਦਾ ਸਾਨੂੰ ਭੁਲੇਖਾ ਹੈ, ਕਰਮ ਇਹ ਕਰੇ ਨਹੀਂ ਸਕਦਾ ਕੋਈ। ਤਾਂ ਕਹਿੰਦੇ ਜੇ ਤੋਂ ਲਾਈ ਤੇ ਤੇ ਲਾਗੀ। ਪਿਛਲੇ ਗੁਨਾਹ ਬਖਸ਼ੇ ਜਾ ਸਕਦੇ ਨੇ ਜੇ ਅੱਗੇ ਨੂੰ ਗੁਨਾਹ ਕਰਨੇ ਛੱਡ ਦੇਵੇ, ਗੁਣਵੰਤਾ ਹੋ ਜਾਵੇ, ਵੇਰ ਤੇਰ ਛੱਡ ਦੇਵੇ, ਨਿਰਵੈਰ ਹੋ ਜਾਵੇ, ਵੈਰ ਵਿਰੋਧ ਤਿਆਗ ਦੇਵੇ, ਕਾਮ ਕ੍ਰੋਧ ਤਿਆਗ ਦੇਵੇ, ਵੈਰ ਵਿਰੋਧ ਕਾਮ ਕ੍ਰੋਧ ਲੋਭ ਮੋਹ ਝੂਠ ਵਿਕਾਰ ਮਾਂ ਲੋਭ ਤਰੋ ਇਹ ਛੱਡ ਦੇਵੇ। ਇਹੋ ਜੁਗਤੀ ਬਿਹਾਨੇ ਕਈ ਜਨਮ ਤੇਰੇ ਜਨਮ ਇਹ ਜੁਗਤੀ ਨਾਲ ਵਿਆਹੁੰਦੇ ਰਹੇ, ਸਾਰੇ ਤਿਆਗ ਦੇ। ਪਿਛਲੇ ਗੁਨਾਹ ਬਖਸ਼ੇ ਜਾ ਸਕਦੇ ਨੇ। ਹਾਏ ਹਰ ਕਥਾ ਬੂਝ ਤੂੰ ਮੂੜੇ ਤਾਂ ਸਦਾ ਸੁਖ ਹੋਈ। ਇਹ ਹਰ ਕੀ ਕਥਾ ਬਾਣੀ ਸਭ ਤੋਂ ਉੱਤਮ ਹਰ ਕੀ ਕਥਾ। ਹਾਏ ਅਕਰ ਤੋਂ ਕਹਿੰਦੇ ਨੇ ਹਰ ਕੀ ਕਥਾ ਨੂੰ ਬੁੱਝ ਤੇ ਕੀ ਹੈ ਹਰ ਕੀ ਹੈ। ਉਹ ਕ੍ਰਿਸ਼ਨ ਨਹੀਂ ਹੈਗਾ ਹਰ, ਹਰੇ ਕ੍ਰਿਸ਼ਨ ਕਹੀ ਜਾਂਦੇ ਨੇ। ਉਹਦਾ ਸੁੱਕਾ ਹੈ, ਸਰੀਰ ਸੁੱਕ ਜਾਂਦਾ ਉਹਨਾਂ ਜਿਹੜੇ ਹਰਾ ਜਿੰਨਾ ਚਿਰ ਜੋਤ ਵਿੱਚ ਹੈ। ਜੋਤ ਨਿਕਲ ਜਾਂਦੀ ਹੈ ਜੋ ਮਰਜ਼ੀ ਚਾਹੇ ਪਾਣੀ 'ਚ ਰੱਖ ਲਓ ਸੁੱਕ ਜਾਂਦਾ। ਉਹ ਪਾਣੀ 'ਚ ਰੱਖੋਗੇ ਗਲ ਜੂਗਾ, ਬਾਹਰ ਰੱਖੋਗੇ ਸੁੱਕ ਜੂਗਾ। हर की कथा बुझ, ये हर की कथा है। हर की कथा कहानियां गुरमीत सुनाइया। ये जिहड़े गुरमीत ने ना उन्हां दीयां सुनाइयां होईयां कहानियां ने गुरबाणी उन्होंने समझाई है संगत नूं सिखां नूं। बलिहारी गुरु अपने गुरु को बल जाइया तां सदा सुख होई। फिर तैनूं सदा सुख हो सकता है। ਗੁਰਬਾਣੀ ਦਾ ਰਹੱਸ ਬੁੱਝ ਕੇ, ਗੁਰਬਾਣੀ ਦੇ ਭੇਤ ਨੂੰ ਸਮਝ ਕੇ ਬੁੱਝ ਕੇ ਸਦਾ ਸੁਖ ਹੋ ਸਕਦਾ ਹੈ, ਵਰਨਾ ਨਹੀਂ। ਤਾਂ ਸਦਾ ਸੁਖ ਕੋਈ ਸ਼ਰਤ ਹੈ, ਵਰਨਾ ਨਹੀਂ ਹੋਣਾ। ਪਤਾ ਟੇਕੇ ਤੇ ਨਹੀਂ ਹੋਣਾ, ਸਿਰ ਤੇ ਚੱਕੀ ਫਿਰੇ ਜਾਓ ਸਾਰੀ ਰਾਤ ਫਿਰ ਨਹੀਂ ਹੋਣਾ। बड़े बड़े दबान ला के नहीं कुछ कर लो नहीं होना। करोड़ा रुपये के रमाले चालियां बना के नहीं होना। सोना चाड़ दो चाहे सारा ही नहीं, कद्दा सोने दिया बना दो नहीं होना। बजरी दे थों हीरे लाल जड़ दो नहीं होना। अंदर बदलना हो, अंदर बदले हो, मन बदले ते हो जाना है चाहे कौडी ना हो थोड़े पल्ले। पैसे नाल नहीं होना। ये तो मन बेचना पैना है। मन बेचे सतगुर के पास। मन दे राम लियो है मोल, जे राम नू मुल लेना है तो मन बेच दो, मन दे दो अपना। मनमुखी पढ़े तेता दुख लागे, बिन सतगुर मुक्ति ना होई। सीता ने राम मुल क्यों नहीं लिया, क्यों बनवास जाना पिया? सीता ने अपना मन राम को